ਸਾਡੇ ਲਈ ਜਿਹੜਾ ਡੇਰਾ ਬਾਬਾ ਮੁਰਾਦ ਸ਼ਾਹ ਜੀ ਫਾਊਂਡੇਸ਼ਨ ਇੱਕ ਗੁਰਦਾਸ ਮਾਨ ਸਾਹਿਬ ਨੇ ਕੀਤੀ ਹੈ। ਟਵਿੰਕਲ, ਜਿੱਦਾਂ ਤੁਸੀਂ ਉਹ ਡਾਕਟਰ ਕੋਲ ਗਏ ਸੀ ਬੰਬੇ ਵਾਲੇ ਕੋਲ, ਤਾਂ ਉਹਨੇ ਤੁਹਾਨੂੰ ਬੋਲਿਆ ਸੀ ਕਿ ਕਰੀਅਰ ਚੇਂਜ ਕਰ ਲਓ। ਇਹ ਉਹਨਾਂ ਨੇ ਐਡਵਾਈਸ ਦਿੱਤੀ ਸੀ ਕਿ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ, ਸਪੋਰਟਸ ਛੱਡ ਦਿਓ। ਮੈਮ ਡੇਰਾ ਬਾਬਾ ਮੁਰਾਦ ਸ਼ਾਹ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ, ਜਿਨ੍ਹਾਂ ਨੇ ਇਸ ਵਾਰੀ ਵੀ ਸਾਨੂੰ ਪਿਛਲੇ ਸਾਲ 2 ਸਾਲ ਹੋ ਗਏ ਸਾਨੂੰ ਕਰ ਰਹੇ ਕਿ ਵਧੀਆ ਸਾਡੀ ਹੈਲਪ ਕਰ ਰਹੇ, ਪੈਸੇ ਪੱਖੋਂ ਵੀ ਸਾਰੇ ਪਾਸੇ। ਅਤੇ ਹੁਣ ਜਿੱਦਾਂ ਆਪਾਂ ਖੇਡਣ ਗਏ ਸੀਗੇ ਜੀ, ਸਾਡੀ ਬਾਈ ਏਅਰ ਦੀ ਟਿਕਟਸ ਵੀ ਉਹਨਾਂ ਨੇ ਕਰਾਈਆਂ, ਵਾਪਸ ਆਉਣ ਦੀਆਂ ਵੀ, ਸਾਡੇ ਹੋਟਲ ਦਾ ਰਹਿਣਾ ਖਾਣਾ ਜੋ ਵੀ ਨਿੱਕਾ ਨਿੱਕਾ ਖਰਚਾ ਇਸ ਵਾਰ ਸਾਰਾ ਉਹਨਾਂ ਨੇ ਕੀਤਾ ਜੀ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ 6ਵਾਂ ਦਰਿਆ ਨਸ਼ਿਆਂ ਦਾ ਵਗਦਾ ਕਿਹਾ ਜਾ ਰਿਹਾ, ਪਰ ਇਹਦੇ ਵਿੱਚ ਕੋਈ ਜ਼ਿਆਦਾ ਸੱਚਾਈ ਨਹੀਂ ਹੈ। ਦੇਸ਼ ਦੇ ਨੌਜਵਾਨ ਅੱਜ ਵੀ ਆਪਣੇ ਦੇਸ਼ ਦਾ ਨਾਮ ਅੱਗੇ ਲੈ ਕੇ ਆ ਰਹੇ ਨੇ। ਅਜਿਹੀ ਹੀ ਇੱਕ ਲੜਕੀ ਸਾਡੇ ਨਾਲ ਮੌਜੂਦ ਹੈ, ਟਵਿੰਕਲ, ਜਿਸਨੇ ਕਿ ਨੈਸ਼ਨਲ ਐਥਲੈਟਿਕਸ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਇੰਡੀਆ ਦੇ ਵਿੱਚੋਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟਵਿੰਕਲ, ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਜੀ ਮੈਂ ਨੈਸ਼ਨਲ 'ਚ ਸੈਕਿੰਡ ਮੈਡਲ ਮੇਰਾ ਆਇਆ ਹੈ, ਸਿਲਵਰ ਮੈਡਲ ਮੇਰਾ ਆਇਆ, ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਆਪਣੇ ਪੰਜਾਬ ਦਾ ਨਾਮ ਉੱਥੇ ਰੌਸ਼ਨ ਕੀਤਾ ਹੈ ਪੂਰੇ ਇੰਡੀਆ ਦੇ ਵਿੱਚ, ਜਿਹੜਾ ਨੈਸ਼ਨਲ ਮੀਟ ਹੋਈ ਸੀ ਹੁਣੀ। ਹਾਂਜੀ। ਤੇ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਇਸ ਤਰ੍ਹਾਂ? ਮੁਸ਼ਕਿਲਾਂ ਤੋਂ ਸਾਡੀ ਇੱਕ ਸਪੋਰਟਸਮੈਨ ਦੀ ਲਾਈਫ ਤੋਂ ਹੋਰ ਔਖੀ ਹੋ ਜਾਂਦੀ ਹੈ। ਇੱਕ ਨੋਰਮਲ ਬੰਦੇ ਦੀ ਲਾਈਫ ਵੀ, ਸਾਨੂੰ ਲਾਈਫ ਜੀਣ ਲਈ ਅਪਸ ਡਾਊਨ ਬੜੇ ਕੁਝ ਮੁਸ਼ਕਿਲਾਂ ਸਾਨੂੰ ਸਾਡੀ ਲਾਈਫ 'ਚ ਆਉਂਦੀਆਂ, ਅਤੇ ਸਪੋਰਟਸਮੈਨ ਦੀ ਲਾਈਫ ਥੋੜ੍ਹੀ ਹੋਰ ਡਿਫੀਕਲਟ ਹੋ ਜਾਂਦੀ ਹੈ, ਕਿਉਂਕਿ ਸਾਨੂੰ ਆਪਣੀ ਲਾਈਫ ਤੋਂ ਜ਼ਿਆਦਾ ਸਟਰਗਲ ਕਰਨਾ ਪੈਂਦਾ ਹਰ ਇੱਕ ਚੀਜ਼, ਹਰ ਇੱਕ ਸਟੈਪ ਕੇ ਲਈ, ਕਿਉਂਕਿ ਸਾਡੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਸਾਨੂੰ ਇੰਨੀ ਹੈਲਪ ਸਰਕਾਰ ਵੱਲੋਂ ਜਾਂ ਉਤਨੀ ਹੈਲਪ ਨਹੀਂ ਮਿਲਦੀ ਜਿੰਨੀ ਮਿਲਦੀ ਹੈ ਸਾਨੂੰ। ਜੈਸੇ ਮੈਂ PIS ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦੇ ਵਿੱਚ ਹੈਗੀ ਹੈ, ਉਹ 'ਚ ਸਾਨੂੰ 200 ਰੁਪਏ ਡਾਈਟ ਮਿਲਦੀ ਹੈ, ਉਹ ਵੀ ਸਾਨੂੰ ਉਹ ਵੀ ਬॉयਜ਼ ਹੋਸਟਲ 'ਚ ਜਾ ਕੇ ਸਾਨੂੰ ਖਾਣੀ ਪੈਂਦੀ ਹੈ, ਅਤੇ ਉੱਥੇ ਵੀ ਆਪਾਂ ਆਪਣਾ ਕੋ ਜਾ ਨਹੀਂ ਹੁੰਦਾ, ਅਤੇ ਕੋਈ ਕੁੜੀਆਂ ਦਾ ਹੋਸਟਲ ਨਹੀਂ ਹੈਗਾ ਇੱਥੇ, ਅਤੇ ਮੁਸ਼ਕਿਲ ਤਾਂ ਕਾਫੀ ਸਾਰੀ ਆਉਂਦੀ ਹੈ। ਸਾਡੇ ਕੋਲ ਗਰਾਊਂਡ ਨਹੀਂ ਸੀਗਾ, ਹੁਣ ਸਪੋਰਟਸ ਕਾਲਜ ਦਾ ਟਰੈਕ ਬਣਨਾ ਸ਼ੁਰੂ ਹੋਇਆ ਹੈ, ਆਪਾਂ ਨੂੰ ਕਦੀ ਟ੍ਰੇਨਿੰਗ ਕਰਨ ਲਈ ਤਰਨ ਤਾਰਨ ਜਾਣਾ ਪੈਂਦਾ ਸੀ, ਕਦੀ ਧਰਮਸ਼ਾਲਾ ਟ੍ਰੇਨਿੰਗ ਲਈ ਆਪਾਂ ਗਏ ਹਾਂ, ਅਤੇ ਡਿਫਿਕਲਟ ਤਾਂ ਥੋੜ੍ਹਾ ਹੁੰਦਾ ਹੈ, ਬਟ ਉਹੀ ਚੀਜ਼ਾਂ ਤੋਂ ਨਿਕਲ ਕੇ ਆਪਾਂ ਸਪੋਰਟਸਮੈਨ ਇਹੀ ਹੁੰਦਾ ਹੈ ਕਿ ਸਾਰੀ ਡਿਫਿਕਲਟ ਦੀ ਸਿਚੁਏਸ਼ਨ ਤੋਂ ਨਿਕਲ ਕੇ ਆਪਾਂ ਫਿਰ ਵੀ ਆਪਣੇ ਫੋਕਸ ਨਹੀਂ ਆਪਣਾ ਹਿਲਦਾ, ਅਤੇ ਆਪਣੇ ਜਿਹੜੇ ਵੀ ਟਾਰਗੇਟ ਹੁੰਦੇ ਉਹਨਾਂ ਨੂੰ ਪੂਰਾ ਅਚੀਵ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਟਵਿੰਕਲ, ਜਿਵੇਂ ਕਿ ਤੁਸੀਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੁਹਾਡੀ ਇੰਜਰੀ ਵੀ ਹੋਈ ਸੀ, ਤੇ ਡਾਕਟਰ ਨੇ ਤੁਹਾਨੂੰ ਬੋਲਿਆ ਕਿ ਤੁਸੀਂ ਆਪਣਾ ਕਰੀਅਰ ਚੇਂਜ ਕਰ ਦਿਓ, ਤੇ ਫਿਰ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ ਉਦੋਂ? ਮੈਮ ਐਕਚੁਅਲੀ ਇਹ 2019 ਉਦੋਂ ਵੀ ਮੈਂ ਆਪਣੀ ਪੀਕ ਪਰਫਾਰਮੈਂਸ 'ਤੇ ਸੀਗੀ, ਉਦੋਂ ਮੈਂ ATF ਏਸ਼ੀਅਨ ਚੈਂਪੀਅਨਸ਼ਿਪ ਖੇਡ ਕੇ ਆਈ ਸੀ, ਅਤੇ ਉਸ ਤੋਂ ਬਾਅਦ ਮੇਰੇ ਥੋੜੀ ਟੈਂਡਨ ਮੇ ਪ੍ਰੋਬਲਮ ਹੋਣ ਲੱਗ ਪਈ ਸੀ, ਪੇਨ ਹੋਣ ਲੱਗ ਪਈ ਸੀ, ਅਤੇ ਆਪਾਂ ਲੋਕਲ ਵੀ ਡਾਕਟਰ ਨੂੰ ਦਿਖਾਇਆ, ਪਰ ਕੋਈ ਨਾ ਸਾਨੂੰ ਰਿਲੀਫ ਨਹੀਂ ਮਿਲਦਾ ਸੀ, ਕਾਫੀ ਕੁਝ ਟਰਾਈ ਕੀਤਾ। ਫਿਰ ਮੈਂ ਅਤੇ ਮੇਰੇ ਕੋਚ ਸਾਹਿਬ ਸਰਬਜੀਤ ਸਿੰਘ, ਜਿਨ੍ਹਾਂ ਨੂੰ ਹੈਪੀ ਕੋਚ ਸਾਹਿਬ ਦੇ ਨਾਮ ਤੋਂ ਵੀ ਸਾਰੇ ਜਾਣਦੇ ਆ, ਅਤੇ ਆਪਾਂ ਫਿਰ ਬੰਬੇ ਫੁੱਟ ਸਪੈਸ਼ਲਿਸਟ ਕੋ ਗਏ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਇਹ ਆਪਰੇਟ ਕਰਾਉਣਾ ਪੈਣਾ ਹੈ, ਅਤੇ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਤੁਸੀਂ ਅੱਗੇ ਸਪੋਰਟਸ ਕਰ ਪਾਓਗੇ ਕਿ ਨਹੀਂ। ਉਹਨਾਂ ਨੇ ਐਡਵਾਈਸ ਦਿੱਤੀ ਸੀ ਕਿ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ, ਸਪੋਰਟਸ ਛੱਡ ਦਿਓ, ਬਟ ਸਾਰੀ ਲਾਈਫ ਹਮਨੇ ਸਪੋਰਟਸ में लगाई ਸੀ, ਅਤੇ ਮੇਰੇ ਕੋਚ ਸਾਹਿਬ ਨੇ ਕਿਹਾ ਨਹੀਂ ਆਪਾਂ ਛੱਡਣਾ ਨਹੀਂ ਹੈਗਾ, ਆਸ ਨਹੀਂ ਛੱਡਣੀ, ਭਾਵੇਂ ਸਾਲ ਲੱਗੇ, 2 ਸਾਲ ਲੱਗੇ, 5 ਸਾਲ ਲੱਗੇ, ਬਟ ਆਪਾਂ ਇਹਨੂੰ ਠੀਕ ਕਰਕੇ ਦੁਬਾਰਾ ਟਰੈਕ 'ਤੇ ਵਾਪਸ ਆਉਣਾ ਹੈ। ਅਤੇ ਮੇਰੇ ਲਈ ਸਭ ਤੋਂ ਵੱਡੀ ਮੋਟੀਵੇਸ਼ਨ ਉਦੋਂ ਮੇਰੇ ਕੋਚ ਸਰ ਹੀ ਸੀਗੇ, ਕਿ ਜਿਨ੍ਹਾਂ ਨੇ ਮੈਨੂੰ ਡਿੱਗਣ ਨਹੀਂ ਦਿੱਤਾ, ਸੰਭਾਲਿਆ, ਕਿਉਂਕਿ ਇੱਕ ਸਪੋਰਟਸਮੈਨ ਦੀ ਲਾਈਫ 'ਚ ਜਦੋਂ ਕੋਈ ਇੰਜਰੀ ਜਾਂ ਕੋਈ ਡਿਫਿਕਲਟ ਪਾਰਟ ਆਉਂਦਾ, ਉਹਨੂੰ ਸੰਭਾਲਣਾ ਸਭ ਤੋਂ ਔਖਾ ਹੁੰਦਾ ਹੈ, ਕਿ ਕਿੱਦਾਂ ਪੂਰੀ ਪਲੈਨਿੰਗ ਕਰਨੀ ਹੈ, ਉਹਦੀ ਟ੍ਰੇਨਿੰਗ ਕਿੱਦਾਂ ਕਰਨੀ ਹੈ, ਮੈਂਟਲੀ ਬਹੁਤ ਸਟ੍ਰੈਸ ਹੋ ਜਾਂਦੀ ਹੈ, ਉਹਨੂੰ ਕਿੱਦਾਂ ਸਾਹਮਣਾ ਹੈ, ਮੈਂਟਲੀ ਬਹੁਤ ਡਾਊਨ ਹੋ ਜਾਂਦਾ ਹੈ ਸਪੋਰਟਸਮੈਨ ਜਦੋਂ ਉਹਨੂੰ ਇੰਜਰੀ ਆਉਂਦੀ ਹੈ, ਖਾਸ ਕਰ ਕਿਸੇ ਨੇ ਕਿਹਾ ਹੋ ਕਿ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ, ਤਾਂ ਉਹ ਟਾਈਮ ਬਹੁਤ ਔਖਾ ਸੀਗਾ, ਬਟ ਉਹੀ ਟਾਈਮ ਤੋਂ ਨਿਕਲ ਕੇ ਆਪਾਂ ਮੋਟੀਵੇਟ ਹੋ ਕੇ ਕੋਚ ਸਰ ਨੇ ਮੇਰਾ ਪੂਰਾ ਟ੍ਰੇਨਿੰਗ ਸ਼ਡਿਊਲ ਤਿਆਰ ਕੀਤਾ, ਕਿੱਦਾਂ ਆਪਾਂ ਟ੍ਰੇਨਿੰਗ ਕਰਨੀ ਹੈ, ਅਤੇ ਉੱਥੋਂ ਆਪਾਂ ਠੀਕ ਵੀ ਹੋਏ, ਕਾਫੀ ਕੁਝ ਕੀਤਾ, ਕਾਫੀ ਕੁਝ ਸਟਰਗਲ ਕੀਤੀ। ਦਿੱਲੀ ਮੈਂ ਜਾਂਦੀ ਹੁੰਦੀ ਸੀ ਸਵੇਰੇ ਸ਼ਤਾਬਦੀ ਫੜ ਕੇ, ਦਿੱਲੀ ਟ੍ਰੀਟਮੈਂਟ ਕਰਾਉਣ ਜਾਂਦੀ ਸੀ, ਅਤੇ ਦੁਪਹਿਰ ਨੂੰ ਟ੍ਰੀਟਮੈਂਟ ਕਰਾ ਕੇ ਸ਼ਾਮ ਨੂੰ ਵਾਪਸ ਆਉਂਦੀ ਸੀ। ਹਫਤੇ 'ਚ 2 ਦਿਨ ਮੈਂ 3-4 ਮਹੀਨੇ ਇੱਦਾਂ ਜਾਂਦੀ ਰਹੀ ਹਾਂ, ਅਤੇ ਉਹਦਾ ਰਿਜ਼ਲਟ ਸਾਨੂੰ ਅੱਜ ਮਿਲ ਰਿਹਾ ਹੈ ਕਿ ਆਪਾਂ ਮੈਡਲ ਜਿੱਤ ਰਹੇ ਹਾਂ। ਟਵਿੰਕਲ, ਜਿੱਦਾਂ ਤੁਸੀਂ ਉਹ ਡਾਕਟਰ ਕੋਲ ਗਏ ਸੀ ਬੰਬੇ ਵਾਲੇ ਕੋਲ, ਤਾਂ ਉਹਨੇ ਤੁਹਾਨੂੰ ਬੋਲਿਆ ਸੀ ਕਿ ਕਰੀਅਰ ਚੇਂਜ ਕਰ ਲਓ, ਅਤੇ ਜੇ ਹੁਣ ਉਹ ਤੁਹਾਡਾ ਇੰਟਰਵਿਊ ਦੇਖਣ ਤਾਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਬਸ ਕਹਿਣਾ ਤਾਂ ਇਹੀ ਹੈ ਕਿ ਉਹਨਾਂ ਨੂੰ ਵੀ, ਉਹਨਾਂ ਦਾ ਵੀ ਧੰਨਵਾਦ ਹੀ ਦੇਣਾ ਚਾहेंगे कि
ਉਹਨਾਂ ਨੇ ਕਿਹਾ ਬਟ ਅਸੀਂ ਹਿੰਮਤ ਨਹੀਂ ਹਾਰੀ। ਉਹਨਾਂ ਨੇ ਆਪਣਾ ਕੰਮ ਕੀਤਾ, ਉਹਨਾਂ ਨੇ ਜੋ ਉਹਨਾਂ ਦੇ ਥਿਓਰਟੀਕਲ ਉਹਨਾਂ ਨੂੰ ਜਿੰਨਾ ਪਤਾ, ਜਿੰਨਾ ਉਹਨਾਂ ਨੂੰ ਪਤਾ ਹੈ, ਜਿੰਨਾ ਉਹਨਾਂ ਦੇ ਅਕੋਰਡਿੰਗ ਜਿਹੜੀ ਚੀਜ਼ ਠੀਕ ਸੀਗੀ। ਨਹੀਂ ਪਰ ਇੱਕ ਹੈ ਕਿ ਹੌਸਲਾ ਤਾਂ ਦੇਣਾ ਚਾਹੀਦਾ ਹੀ ਹੈ ਨਾ, ਇੱਕ ਵਾਰੀ ਮਨ ਪੂਰਾ ਡਰ ਜਾਂਦਾ ਹੈ ਕਿ ਮੈਂ ਹੁਣ ਕਿਵੇਂ ਕਰਾਂਗੀ, ਮੇਰਾ ਸਾਰਾ ਕੁਝ ਚੇਂਜ ਹੋ ਜਾਣਾ। ਹਾਂਜੀ ਹਾਂਜੀ, ਇਹ ਹੋਇਆ ਸੀ ਜਦੋਂ ਉਹਨਾਂ ਨੇ ਮੈਨੂੰ ਉੱਥੇ ਆ ਕੇ ਬਿਠਾਇਆ ਸੀ ਨਾ, ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਮੇਰੇ ਉੱਥੇ ਹੀ ਹੰਝੂ ਡਿੱਗਣ ਲੱਗ ਪਏ ਸੀ। ਉੱਧਰੋਂ ਜਲੰਧਰ ਤੱਕ ਅਸੀਂ ਰੋਂਦੇ ਆਏ ਸੀ, ਮੈਂ ਤੇ ਮੇਰੇ ਕੋਚ, ਨਾ ਉਹ ਮੈਨੂੰ ਬੁਲਾਉਣ ਨਾ ਮੈਂ ਉਹਨਾਂ ਨੂੰ ਬੁਲਾਉਣ, ਬਟ ਉਹਨਾਂ ਦਾ ਕੰਮ ਸੀਗਾ, ਉਹਨਾਂ ਨੇ ਕਿਹਾ ਹੁਣ ਥੈਂਕ ਯੂ ਹੀ ਬੋਲ ਸਕਦੇ ਕਿ ਜੋ ਵੀ ਸੀਗਾ ਹੁਣ ਆਪਾਂ ਕਰ ਰਹੇ ਹਾਂ ਕਿ ਸਰ। ਇੱਕ ਵਾਰੀ ਤਾਂ ਦਿਮਾਗ ਦੇ ਵਿੱਚ ਆਇਆ ਹੋਏਗਾ ਨਾ ਕਿ ਮੈਂ ਚੇਂਜ ਕਰ ਲਵਾਂ ਜਾਂ ਫੋਰਨ ਲਈ ਦੇਖ ਲਵਾਂ ਜਾਂ ਕੁਝ ਵੀ। ਹਾਂਜੀ, ਮੇਰੇ ਤਾਂ ਦਿਮਾਗ 'ਚ ਆਇਆ ਸੀ ਬਟ ਮੇਰੇ ਕੋਚ ਨੇ ਕਿਹਾ ਸੀ ਕਿ ਨਹੀਂ ਆਪਾਂ ਕਰਨਾ ਹੈ। ਮੇਰੇ ਤੋਂ ਕਾਫੀ ਟਾਈਮ ਆਇਆ, ਮੈंने ਕਾਫੀ ਕੁਝ ਸੋਚਿਆ ਸੀ ਕਿ ਫਿਰ ਮੈਂ ਬਾਹਰ ਚਲ ਜਾਣੀ ਹੈ ਕੁਝ, ਕਿਉਂਕਿ यही ऑप्शन रह जाता है फिर, क्योंकि कोई जॉब नहीं उदो सीगी या कुछ भी सीगा ते दिमाग च तो आया सी। बट मेरे कोच, मेरे फैमिली, कोच दी फैमिली जिन्हां नाल मैं रहनी है, उन्होंने हम हर टाइम मुझे मोटिवेट किया, क्योंकि उन्होंने पता सीगा कि मेरी कैपेसिटी बहुत ज़्यादा है, जे आपां इस चीज़ नूं कवर कर लिए तो आपां बहुत कुछ कर सकते हैं। ਟਵਿੰਕਲ, ਇਕੱਲੇ ਤੇ ਕਿਸੇ ਵੀ ਮੁਕਾਮ ਤੱਕ ਪਹੁੰਚਣਾ ਮੁਸ਼ਕਿਲ ਹੈ ਤੇ ਕੌਣ ਹੈ ਜੋ ਤੁਹਾਡੀ ਮਦਦ ਕਰ ਰਿਹਾ ਇਸ 'ਚ? ਮੈਮ ਮੈਂ ਕਹਿੰਦੀ ਹੈ ਆਪਾਂ ਜ਼ਿੰਦਗੀ 'ਚ ਸਪੋਰਟਸ ਲਈ ਜਾਂ ਕਿਸੇ ਵੀ ਚੀਜ਼ ਲਈ ਕੋਈ ਇੱਕ ਸਿੰਗਲ ਪਰਸਨ ਸਾਡੇ ਲਈ ਨਹੀਂ ਹੁੰਦਾ। ਜਿੰਨੇ ਵੀ ਛੋਟੀ ਚੀਜ਼ਾਂ, ਜਿਹੜਾ ਕੋਈ ਰੋਟੀ ਮੇਰੇ ਲਈ ਪਕਾਉਂਦਾ ਹੈ, ਮੇਰੇ ਲਈ ਡਾਈਟ ਦਿੰਦਾ ਹੈ, ਉਹਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ। ਗਰਾਊਂਡ 'ਚ ਜਿਹੜੇ ਕੰਮ ਕਰਦੇ ਆ, ਗਰਾਊਂਡਮੈਨ ਹੁੰਦੇ, ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ। ਸਾਡੀ ਫੈਮਿਲੀ ਹੋ, ਆਪਾਂ ਸਿਰਫ ਫੈਮਿਲੀ ਦਾ ਤਾਂ ਹਰ ਕੋਈ ਜਾਣਦਾ ਹੈ ਕਿ ਫੈਮਿਲੀ ਨੇ ਸਾਨੂੰ ਸਪੋਰਟ ਕੀਤਾ। ਮੇਰੀ ਫੈਮਿਲੀ ਦੀ ਬਹੁਤ ਸਪੋਰਟ ਰਹੀ ਹੈ। ਮੇਰੇ ਕੋਚ ਦੇ ਨਾਲ ਉਹਨਾਂ ਦੀ ਫੈਮਿਲੀ ਦੀ ਬਹੁਤ ਸਪੋਰਟ ਰਹੀ ਹੈ। ਜਿੱਦਾਂ ਮੇਰੇ ਕੋਚ ਦੇ ਵਾਈਫ ਹੈ, ਉਹਨਾਂ ਨੇ ਆ ਕੇ ਗਰਾਊਂਡ ਤੋਂ, ਸਕੂਲ ਤੋਂ ਆ ਕੇ ਸਾਡੇ ਲਈ ਰੋਟੀਆਂ ਪਕਾਣੀ, ਕਿ ਉਹਨਾਂ ਦੇ ਬੇਟੇ ਦੀ ਬਹੁਤ ਸਪੋਰਟ ਰਹੀ ਹੈ। ਜਿੱਦਾਂ ਮੈਂ ਘਰੇ ਹੁੰਨੀ ਹੈ ਤੇ ਕੋਈ ਹੁੰਦਾ ਨਹੀਂ ਨਾਲ, ਕਈ ਵਾਰੀ ਸਰ ਵੀ ਨਹੀਂ ਹੁੰਦੇ ਤੇ ਉਹਨੂੰ ਕੋਈ ਡਾਈਟ ਦੀ ਚੀਜ਼ ਲਾਣੀ ਹੈ, ਉਹਨੂੰ ਆਪਣੇ ਤੋਂ ਪਹਿਲੇ ਹਰ ਚੀਜ਼ ਡਾਈਟ ਪਹਿਲੇ ਮੈਨੂੰ ਪ੍ਰੋਵਾਈਡ ਕਰਦੇ ਕਿ ਮੈਂ ਇਹਨੇ ਟ੍ਰੇਨਿੰਗ ਕਰਨੀ ਹੈ ਕਿ ਤੂੰ ਮਤਲਬ ਉਹ ਵੀ ਸਾਰੀ ਚੀਜ਼ ਟਰਾਈ ਕਰਦਾ ਹੈ ਕਿ ਜੇ ਮੈਂ ਚਿਕਨ ਖਾਣ ਜਾਣਾ ਹੈ ਤੇ ਮੈਂ ਦੀਦੀ ਲਈ ਵੀ ਲੈ ਕੇ ਆਣਾ ਹੈ। ਤੇ ਹਰ ਇੱਕ ਦੀ ਸਪੋਰਟ, ਸਾਡੇ ਛੋਟੇ ਚੀਜ਼ ਦੀ ਸਪੋਰਟ ਸਾਨੂੰ ਬਹੁਤ ਹੈਲਪ ਕਰਦੀ ਹੈ। ਟਵਿੰਕਲ, ਇਸ ਸਫ਼ਰ ਦੇ ਵਿੱਚ ਤੁਹਾਨੂੰ ਸਰਕਾਰ ਵੱਲੋਂ ਕਿੰਨੀ ਕੁ ਮਦਦ ਮਿਲਦੀ ਹੈ? ਮੈਮ ਸਰਕਾਰ ਵੱਲੋਂ ਸਾਨੂੰ ਇਤਨੀ ਜ਼ਿਆਦਾ ਮਦਦ ਤੋਂ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ, ਜਿੰਨੀ ਬਾਕੀ ਸਟੇਟਾਂ 'ਚ ਸਰਕਾਰ ਐਥਲੀਟਾਂ ਨੂੰ ਸਪੋਰਟ ਦਿੰਦੀ ਹੈ। ਜਿੱਦਾਂ 200 ਰੁਪਏ ਦੀ ਡਾਈਟ ਮੈਂ ਦੱਸਿਆ ਤੁਹਾਨੂੰ, ਉਹਦੇ ਨਾਲ ਇੱਕ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਤਿਆਰੀ ਕਰਨੀ ਹੈ ਤਾਂ ਉਹਦੇ ਨਾਲ ਕੁਝ ਨਹੀਂ ਹੁੰਦਾ। ਬਟ ਕਹਿੰਦੇ ਆ ਨਾ, ਜਿਹੜੀ ਚੀਜ਼ ਰੱਬ ਨੇ ਕਰਾਣੀ ਹੁੰਦੀ ਹੈ, ਕੋਈ ਨਾ ਕੋਈ ਜ਼ਰੀਆ ਰੱਬ ਭੇਜ ਦਿੰਦਾ ਹੈ। ਰੱਬ ਆਪ ਨਹੀਂ ਆਉਂਦਾ ਪਰ ਕੋਈ ਨਾ ਕੋਈ ਜ਼ਰੀਆ ਭੇਜਦਾ। ਇਹੀ ਸਾਡੇ ਲਈ ਜਿਹੜਾ ਡੇਰਾ ਬਾਬਾ ਮੁਰਾਦ ਸ਼ਾਹ ਜੀ ਫਾਊਂਡੇਸ਼ਨ ਇੱਕ ਗੁਰਦਾਸ ਮਾਨ ਸਾਹਿਬ ਨੇ ਕੀਤੀ ਹੈ ਤੇ ਉਹਦੇ ਵੱਲੋਂ ਸਾਨੂੰ ਸਪਾਂਸਰ ਇਹ ਕੰਪੀਟੀਸ਼ਨ ਤੇ ਸਾਨੂੰ ਬੜੀ ਹੈਲਪ ਕੀਤੀ ਹੈ ਉਹਨਾਂ ਨੇ। ਜਿੱਦਾਂ ਸਾਡਾ ਆਉਣ ਦਾ ਖਰਚਾ, ਕਿਉਂਕਿ ਇੱਕ ਸਪੋਰਟਸਮੈਨ ਦੀ ਲਾਈਫ 'ਚ ਪਹਿਲਾਂ ਹੀ ਬਹੁਤ ਖਰਚੇ ਹੁੰਦੇ ਤੇ ਥੋੜਾ ਔਖਾ ਹੋ ਜਾਂਦਾ ਹੈ, ਸਾਨੂੰ ਕਈ ਚੀਜ਼ਾਂ ਸੋਚ ਕੇ ਕਰਨੀ ਪੈਂਦੀ ਹੈ। ਅਸੀਂ ਉੱਥੇ ਜਿੱਦਾਂ ਜਾਣਾ ਹੈ ਤੇ ਜਿੱਦਾਂ ਆਪਾਂ ਹੁਣ ਬਾਈ ਏਅਰ ਗਏ ਹਾਂ, ਨਹੀਂ ਤਾਂ ਸਾਨੂੰ ਟ੍ਰੇਨ ਤੇ ਜਾਣਾ ਪੈਣਾ ਸੀ, ਤੇ ਉਹ ਚੀਜ਼ਾਂ ਨਾਲ ਸਾਡੀ ਪਰਫਾਰਮੈਂਸ ਤੇ ਬਹੁਤ ਫਰਕ ਪੈਂਦਾ ਹੈ। ਤੇ ਕਈ ਚੀਜ਼ਾਂ ਉਹਨਾਂ ਨੇ ਹੈਲਪ ਕੀਤੀ ਹੈ, ਜਿੱਦਾਂ ਸਾਨੂੰ ਡਾਈਟੀਸ਼ੀਅਨ ਪ੍ਰੋਵਾਈਡ ਕੀਤੇ ਹੈ, ਕਿਉਂਕਿ ਸਾਨੂੰ ਇੱਕ ਡਾਈਟ ਦੇ ਪੱਖੋਂ ਆਪਾਂ ਬਹੁਤ ਲੈਕ ਕਰਦੇ ਹਾਂ ਕਿ ਆਪਾਂ ਕੰਪੀਟੀਸ਼ਨ ਤੇ ਕੀ ਡਾਈਟ ਲੈਣੀ ਹੈ, ਉਸ ਤੋਂ ਪਹਿਲਾਂ ਕੀ ਡਾਈਟ ਲੈਣੀ ਹੈ, ਜਿਹੜੀ ਆਪਾਂ ਟ੍ਰੇਨਿੰਗ ਕਰ ਰਹੇ ਹਾਂ ਸਾਨੂੰ ਕੋਈ ਕਮੀ ਨਾ ਆਏ, ਕਿਸੇ ਚੀਜ਼ ਲਈ ਕੋਈ ਦਿੱਕਤ ਨਾ ਆਏ। ਤੇ ਇਦਾਂ ਹੀ ਸਾਨੂੰ ਹੁਣ ਉਹਨਾਂ ਨੇ ਇਸ ਵਾਰੀ ਬਹੁਤ ਹੈਲਪ ਕੀਤੀ ਹੈ। ਬਾਕੀ ਸਰਕਾਰ ਵੱਲੋਂ ਜਿੰਨੀ ਸਾਨੂੰ ਸਪੋਰਟ ਨਹੀਂ ਮਿਲੀ, ਉਨੀ ਰੱਬ ਨੇ ਸਾਨੂੰ ਦੂਜੇ ਪੱਖੋਂ ਸਪੋਰਟ ਪੂਰੀ ਦਿਲਵਾਈ ਹੈ। ਹਾਂਜੀ, ਹੁਣ ਪੰਜਾਬ 'ਚ ਸਰਕਾਰ ਚੇਂਜ ਹੋਈ ਹੈ, ਇਹਨਾਂ ਤੋਂ ਉਮੀਦ ਹੈ ਤੁਹਾਨੂੰ ਕਿ ਅੱਗੇ ਜਾ ਕੇ ਹੈਲਪ ਮਿਲੇਗੀ? ਹਾਂਜੀ, ਹੁਣ ਜਿੱਦਾਂ ਸਾਡਾ ਸਪੋਰਟਸ ਕਾਲਜ ਦਾ ਟਰੈਕ ਵੀ ਬਣਨਾ ਸ਼ੁਰੂ ਹੋਇਆ ਹੈ, ਹੁਣ ਅਸੀਂ ਤਾਂ ਉਮੀਦ ਹੀ ਰੱਖ ਸਕਦੇ ਹਾਂ ਕਿ ਜਿਹੜੀ ਨਈ ਸਰਕਾਰ ਆਈ ਹੈ ਉਹ ਕੁਝ ਨਾ ਕੁਝ ਥੋੜਾ ਸਪੋਰਟਸ ਬਾਰੇ ਸੋਚੇ। ਜਿੱਦਾਂ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਕਾਫੀ ਸਪੋਰਟਸਮੈਨ ਦੀ ਹੈਲਪ ਕੀਤੀ ਹੈ, ਉਹਨਾਂ ਨੂੰ ਕਾਫੀ ਸਕਾਲਰਸ਼ਿਪਸ ਔਰ ਸਪਾਂਸਰਸ ਦਿੱਤੇ ਹੈ, ਤੇ ਸਾਨੂੰ ਉਮੀਦ ਹੈ ਕਿ ਹੁਣ ਪੰਜਾਬ 'ਚ ਵੀ ਇਹੀ ਸਾਰਾ ਕੁਝ ਹੋਣਾ ਹੈ ਕਿ ਸਪੋਰਟਸਮੈਨ ਦੀ ਕਦਰ ਕੀਤੀ ਜਾਏਗੀ, ਉਹਦੇ ਮੈਡਲ ਦੀ, ਉਹਦੀ ਮਿਹਨਤ ਦੀ, ਐਟਲੀਸਟ ਉਹਨਾਂ ਦਾ ਮੁੱਲ ਮਿਲੂਗਾ ਸਾਨੂੰ, ਜਿਤਨੇ ਵੀ ਸਪੋਰਟਸਮੈਨ ਹੈ। ਤੇ ਅਗਲੇ ਟਾਰਗੇਟ ਕੀ ਨੇ ਤੁਹਾਡੇ? ਹਾਂਜੀ ਮੈਮ, ਹੁਣ ਜਿੱਦਾਂ ਨੈਕਸਟ ਈਅਰ ਏਸ਼ੀਅਨ ਗੇਮਸ ਹੈ, ਏਸ਼ੀਅਨ ਚੈਂਪੀਅਨਸ਼ਿਪ ਹੈ, ਇੰਡੋਰ ਸੀਜ਼ਨ ਵੀ ਹੈ, ਤੇ ਹੁਣ ਨੈਕਸਟ ਈਅਰ ਆਪਾਂ ਟਰਾਈ ਕਰਾਂਗੇ ਕਿ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਤੇ ਉੱਥੇ ਰਿਕਾਰਡ ਕਰਕੇ ਆਈਏ ਤੇ ਵਧੀਆ ਉੱਥੇ ਜਦੋਂ ਆਪਾਂ, ਕਿਉਂਕਿ ਜਦੋਂ ਆਪਾਂ ਕਿਸੇ ਦੇਸ਼ 'ਚ ਖੇਡਣ ਜਾਂਦੇ ਆ ਨਾ, ਤੇ ਸਾਡਾ ਜਦੋਂ ਕੰਟਰੀ ਦਾ ਫਲੈਗ ਉੱਥੇ ਚੜ੍ਹਦਾ ਹੈ ਤੇ ਨੈਸ਼ਨਲ ਐਂਥਮ ਵੱਜਦਾ ਹੈ, ਉਸ ਤੋਂ ਵੱਡੀ ਪ੍ਰਾਊਡ ਫੀਲਿੰਗ ਕੋਈ ਨਹੀਂ ਹੁੰਦੀ। ਕਿਉਂਕਿ ਜਿੱਦਾਂ ਆਪਾਂ ਸਪੋਰਟਸਮੈਨ ਇੱਕ ਇੱਦਾਂ ਦਾ ਕੰਮ ਕਰਦਾ ਹੈ ਜਿਹੜਾ ਕੋਈ ਇਨਸਾਨ, ਕੋਈ ਬਿਜ਼ਨਸਮੈਨ, ਕੋਈ IPS, ਕੋਈ SP, ਕੋਈ ਕੁਝ ਉੱਥੇ ਨਹੀਂ ਕਰ ਸਕਦਾ, ਜਿਹੜਾ ਜਦੋਂ ਆਪਾਂ ਮੈਡਲ ਜਿੱਤਦੇ ਆ ਤੇ ਸਾਡੀ ਕੰਟਰੀ ਦਾ ਫਲੈਗ ਉੱਤੇ ਚੜ੍ਹਦਾ ਹੈ। ਕਿਉਂਕਿ ਜੇ ਆਪਾਂ ਨੂੰ ਇੱਦਾਂ ਦੇ ਜੇ ਕਿਤੇ ਕੰਟਰੀ 'ਚ ਜਾ ਕੇ ਜੇ ਆਪਾਂ ਨੂੰ ਆਪਣੇ ਦੇਸ਼ ਦਾ ਝੰਡਾ ਲਹਿਰਾਣਾ ਹੈ ਤੇ ਸਾਨੂੰ ਜਾਂ ਤਾਂ ਲੜਾਈਆਂ, ਯੁੱਧ, ਵਾਰ ਕਰਨੇ ਪੈਣੇ, ਉਸ ਤੋਂ ਬਾਅਦ ਆਪਾਂ ਕੰਟਰੀ ਦਾ ਕਿਤੇ ਝੰਡਾ ਲਗਾ ਸਕਦੇ ਹਾਂ। ਬਟ ਇੱਕ ਸਪੋਰਟਸਮੈਨ ਇੱਦਾਂ ਦਾ ਕੰਮ ਕਰਦਾ ਹੈ ਕਿ ਸਿਰਫ ਇੱਕ ਆਪਣੀ ਮਿਹਨਤ ਨਾਲ, ਆਪਣੀ ਸਾਰੀ ਸਟਰਗਲ ਨਾਲ
ਉੱਥੇ ਜਾ ਕੇ ਜਿੱਤ ਕੇ ਜਦੋਂ ਮੈਡਲ ਲੈਂਦਾ ਹੈ ਤੇ ਝੰਡਾ ਉੱਥੇ ਸਾਡਾ ਉੱਤੇ ਚੜਦਾ ਹੈ, ਨੈਸ਼ਨਲ ਐਂਥਮ ਵੱਜਦਾ ਹੈ ਤੇ ਉਹ ਬਹੁਤ ਪ੍ਰਾਊਡ ਫੀਲਿੰਗ ਹੁੰਦੀ ਹੈ। ਸਾਨੂੰ ਵੀ ਹੋਣੀ ਚਾਹੀਦੀ ਤੇ ਸਾਡੇ ਦੇਸ਼ ਦੇ ਸਾਰੇ ਜਿੰਨੇ ਵੀ ਨਾਗਰਿਕ ਹੈ, ਜਿੰਨੇ ਵੀ ਲੋਕਲ ਲੋਕ ਹੈ, ਹਰ ਕਿਸੇ ਨੂੰ ਉਸ ਚੀਜ਼ ਤੇ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਤੇ ਸਪੋਰਟਸਮੈਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਇਸ ਕਰੀਅਰ ਦੇ ਵਿੱਚ ਲੜਕੇ ਲੜਕੀਆਂ ਦੋਨੋਂ ਹੀ ਬਰਾਬਰ ਦੀਆਂ ਮੱਲਾਂ ਮਾਰ ਰਹੇ ਨੇ। ਸਾਡੇ ਨਾਲ ਮੌਜੂਦ ਨੇ ਲਵਪ੍ਰੀਤ ਸਿੰਘ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਲਵਪ੍ਰੀਤ, ਤੁਸੀਂ ਸਿਲਵਰ ਮੈਡਲ ਹਾਸਿਲ ਕੀਤਾ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਮੈਮ ਬਹੁਤ ਵਧੀਆ ਮਹਿਸੂਸ ਕਰ ਰਿਹਾ ਜੀ ਕਿ ਆਪਣੇ ਪੰਜਾਬ ਦੇ ਵਿੱਚੋਂ ਆਪਾਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਪੂਰੀ ਇੰਡੀਆ ਦੇ ਵਿੱਚ, ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਤੇ ਲਵਪ੍ਰੀਤ, ਕਰੀਅਰ ਦੀ ਸ਼ੁਰੂਆਤ ਕਿਵੇਂ ਹੋਈ ਤੁਹਾਡੇ ਦੀ? ਕਰੀਅਰ ਦੀ ਸ਼ੁਰੂਆਤ ਮੈਮ ਇੱਦਾਂ ਕਿ ਮੈਂ ਸ਼ੁਰੂ ਤੋਂ ਮੈਂ ਸਪੋਰਟਸ ਹੀ ਕਰਦਾ ਰਿਹਾ। ਜਿਹੜਾ ਸਕੂਲ ਦੇ ਮੈਂ ਪੁਲਿਸ ਦੇ ਪਬਲਿਕ ਸਕੂਲ ਦੇ ਵਿੱਚ ਸਟੱਡੀ ਕੀਤੀ ਹੈ ਜੀ, ਤੇ ਉਸ ਤੋਂ ਐਥਲੈਟਿਕਸ ਦੇ ਆਉਣ ਤੋਂ ਪਹਿਲਾਂ ਮੈਂ ਕਬੱਡੀ ਕਰਦਾ ਹੁੰਦਾ ਸੀਗਾ ਜੀ ਸਕੂਲ ਦੇ ਵਿੱਚ। ਕਬੱਡੀ 'ਚ ਵੀ ਮੈਂ ਨੈਸ਼ਨਲ ਮੈਡਲਿਸਟ ਹਾਂ ਜੀ, ਗੋਲਡ ਮੈਡਲਿਸਟ ਜੀ। ਤੇ ਫਿਰ ਮੈਂ ਥੋੜ੍ਹੇ ਘਰਦਿਆਂ ਨੂੰ, ਜਿੱਦਾਂ ਕਬੱਡੀ 'ਚ ਇੰਜਰੀਜ਼ ਜ਼ਿਆਦਾ ਸੀਗੀਆਂ ਤੇ ਘਰਦਿਆਂ ਨੂੰ, ਮੰਮਾ ਹੋਣਾ ਨੂੰ ਥੋੜ੍ਹਾ ਡਰ ਹੁੰਦਾ ਸੀਗਾ ਕਿ ਸੱਟ ਜ਼ਿਆਦਾ ਨਾ ਲੱਗ ਜਾਵੇ। ਮੇਰੇ ਰਗੜਾ ਲੱਗੇ ਹੁੰਦੇ ਸੀ ਦੂਜੇ ਤੀਜੇ ਦਿਨ ਹੀ, ਤੇ ਉਹਨਾਂ ਨੂੰ ਥੋੜ੍ਹਾ ਕਿ ਮੇਰੇ ਪਾਪਾ ਖੁਦ ਜੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਐਥਲੀਟਸ ਰਹੇ ਆ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਥਲੈਟਿਕਸ ਕਰ, ਤੇ ਨਾਲੇ ਕਰਦੇ ਵੀ ਕਿ ਥੋੜ੍ਹਾ ਸੱਟਾਂ 'ਚ ਵੀ ਬਚਾਅ ਰਹੂਗਾ। ਤੇ ਖੁਦ ਨੂੰ ਇਦਾਂ ਮਹਿਸੂਸ ਨਹੀਂ ਹੋਇਆ ਕਬੱਡੀ ਤੋਂ ਚੇਂਜ ਕਰਨਾ? ਇੱਕ ਖਿਡਾਰੀ ਦਾ ਲਗਾਵ ਵੀ ਹੋ ਜਾਂਦਾ ਨਾ ਗੇਮ ਦੇ ਨਾਲ। ਹਾਂਜੀ ਹਾਂਜੀ। ਤੇ ਮੈਮ ਥੋੜ੍ਹਾ ਜਿੱਦਾਂ ਮੈਂ ਪਹਿਲਾਂ ਮੈਨੂੰ ਹੁੰਦਾ ਸੀਗਾ, ਡਰ ਸੀਗਾ ਕਿ ਚਲੋ ਮੈਂ ਕਬੱਡੀ ਵਧੀਆ ਕਰਦਾ ਹਾਂ, ਪਰ ਕਿ ਐਥਲੈਟਿਕਸ 'ਚ ਆ ਕੇ ਮੈਨੂੰ ਥੋੜ੍ਹਾ ਔਖਾ ਨਾ ਹੋਵੇ। ਪਰ ਮੈਮ ਮੈਂ ਬਿਨਾਂ ਪ੍ਰੈਕਟਿਸ ਤੋਂ ਇੱਕ ਵਾਰੀ ਸਪੋਰਟਸ ਕਾਲਜ ਟਰਾਇਲ ਹੋਏ ਸੀਗੇ, ਉੱਥੇ ਮੈਂ ਫਸਟ ਆ ਗਿਆ ਜੀ 100 200 ਦੋਨਾਂ ਵਿੱਚੋਂ ਹੀ, ਪਰ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਸੀਗੀ। ਫਿਰ ਉੱਥੋਂ ਮੈਨੂੰ ਥੋੜ੍ਹਾ ਜਿਹਾ ਵਧੀਆ ਲੱਗਣ ਲੱਗ ਪਿਆ ਕਿ ਇੱਕ ਇੰਡੀਵਿਜੂਅਲ ਬੰਦੇ ਦੀ ਨਾਮ ਛੇਤੀ ਬਣ ਜਾਂਦਾ ਇੱਕ ਟੀਮ ਗੇਮ ਦੇ ਵਿੱਚੋਂ। ਫਿਰ ਮੈਨੂੰ ਉੱਤੇ ਹੌਲੀ ਹੌਲੀ ਪਿਆਰ ਹੁੰਦਾ ਗਿਆ। ਫਿਰ ਮੈਂ ਆਪਣੇ ਸਰਬਜੀਤ ਸਿੰਘ ਹੈਪੀ ਸਰ ਕੋਚ ਸਾਹਿਬ ਜਲੰਧਰ ਖਾਲਸਾ ਕਾਲਜ ਪ੍ਰੈਕਟਿਸ ਕਰਾਉਂਦੇ ਜੀ, ਫਿਰ ਮੈਂ ਉਹਨਾਂ ਕੋਲ ਗਿਆ। ਉਹਨਾਂ ਨੇ ਫਿਰ ਮੈਨੂੰ ਮੇਰੀ ਜੋ ਕਮੀਆਂ ਸੀਗੀਆਂ, ਮੇਰੀ ਬੋਡੀ ਲੈਂਗੁਏਜ, ਜੋ ਮੇਰੀ ਬੋਡੀ 'ਚ ਫੈਟ ਸੀਗੀ ਕਬੱਡੀ ਦੇ ਹਿਸਾਬ ਨਾਲ, ਉਹਨਾਂ ਨੇ ਮੇਰੀ ਸੈੱਟ ਕੀਤੀ। ਫਿਰ ਮੈਂ ਪਹਿਲੇ ਸਾਲ ਹੀ ਉਸੇ 3 ਮਹੀਨੇ ਹੁੰਦੇ ਸੀ ਪ੍ਰੈਕਟਿਸ ਕਰਦੇ ਨੂੰ, ਤੇ ਮੈਂ ਨੈਸ਼ਨਲ ਦੇ ਵਿੱਚ ਕੇਰਲਾ ਨੈਸ਼ਨਲ ਹੋਈ ਸੀਗੀ ਸਕੂਲ ਨੈਸ਼ਨਲਸ, ਉਹਦੇ ਵਿੱਚੋਂ ਸੀ ਮੈਂ ਗੋਲਡ ਮੈਡਲ ਪ੍ਰਾਪਤ ਕੀਤਾ ਸੀਗਾ ਜੀ, ਪਹਿਲੇ ਸਾਲ ਸੀ। ਤੇ ਮੁਸ਼ਕਿਲਾਂ ਕੀ ਆਉਂਦੀਆਂ ਨੇ? ਮੁਸ਼ਕਿਲਾਂ ਮੈਮ ਬਹੁਤ ਹੀ, ਜਿੱਦਾਂ ਕੋਈ ਹੈਲਪ ਨਹੀਂ ਹੈਗੀ ਕਿਸੇ ਵੱਲੋਂ ਵੀ, ਨਾ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਤੁਹਾਨੂੰ? ਨਹੀਂ ਮੈਮ, ਸਰਕਾਰ ਵੱਲੋਂ ਕੋਈ ਮਦਦ ਨਹੀਂ ਜੀ। ਬਸ ਜੋ ਆਪਣੇ ਵੱਲੋਂ ਜਾਂ ਕੋਚ ਸਾਹਿਬ ਸਾਨੂੰ ਆਪਣੇ ਖਰਚੇ, ਕੋਚ ਸਾਹਿਬ ਵੀ ਸਾਡੇ ਲਈ ਖਰਚਾ ਕਰ ਦਿੰਦੇ ਆ ਜੀ। ਕੋਚ ਸਾਹਿਬ ਤੋਂ ਇਲਾਵਾ ਕੋਈ ਹੋਰ ਟਰਸਟ ਹੋਵੇ ਜਾਂ ਜੋ ਤੁਹਾਡੀ ਹੈਲਪ ਕਰਦੀ? ਮੈਮ ਡੇਰਾ ਬਾਬਾ ਮਹਾਰਾਜ ਸ਼ਾਹ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ, ਜਿਨ੍ਹਾਂ ਨੇ ਇਸ ਵਾਰੀ ਵੀ ਸਾਨੂੰ ਪਿਛਲੇ ਸਾਲ 2 ਸਾਲ ਹੋ ਗਏ ਸਾਨੂੰ ਕਰ ਰਹੇ ਜੀ ਕਿ ਵਧੀਆ ਸਾਡੀ ਹੈਲਪ ਕਰ ਰਹੇ ਜੀ, ਪੈਸੇ ਪੱਖੋਂ ਵੀ ਸਾਰੇ ਪਾਸ। ਤੇ ਹੁਣ ਜਿੱਦਾਂ ਆਪਾਂ ਖੇਡਣ ਗਏ ਸੀਗੇ ਜੀ, ਸਾਡੀ ਬਾਈ ਏਅਰ ਦੀ ਟਿਕਟਸ ਵੀ ਉਹਨਾਂ ਨੇ ਕਰਾਈਆਂ, ਵਾਪਸ ਆਉਣ ਦੀਆਂ ਵੀ, ਸਾਡੇ ਹੋਟਲ ਦਾ ਰਹਿਣਾ ਖਾਣਾ ਜੋ ਵੀ ਨਿੱਕਾ ਨਿੱਕਾ ਖਰਚਾ ਇਸ ਵਾਰ ਸਾਰਾ ਉਹਨਾਂ ਨੇ ਕੀਤਾ ਜੀ। ਤੇ ਜਿਵੇਂ ਲਵਪ੍ਰੀਤ, ਨੌਜਵਾਨ ਪੀੜ੍ਹੀ ਹੈ ਉਹ ਚਾਹੁੰਦੀ ਹੈ ਕਿ ਕੁਝ ਸੌਖਾ ਹੀ ਮਿਲ ਜੇ, ਆਪਾਂ ਫੌਰਨ ਨਿਕਲ ਜਾਈਏ, ਇੱਥੇ ਮੁਸ਼ਕਿਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ। ਤੁਸੀਂ ਇਸ ਸਾਈਡ ਵੱਲ ਹੀ ਕਿਉਂ ਗਏ? ਮੈਮ ਜਿੱਦਾਂ ਕਿ ਪਹਿਲਾਂ ਜਿੱਦਾਂ ਮੇਰੇ ਨਾਲ ਦੇ ਮੇਰੇ ਫਰੈਂਡਸ ਆਏ, ਉਹ ਸਾਰੇ ਜੋ ਫਰੈਂਡ ਸਰਕਲ ਆਏ ਸਾਰੇ ਇਸ ਟਾਈਮ ਬਾਹਰ ਹੀ ਆਈ, ਪਰ ਫਿਰ ਮੈਮ ਸਾਡਾ ਵੀ ਵਿੱਚ ਹੋ ਜਾਂਦਾ ਸੀਗਾ ਕਿ ਆਪਾਂ ਵੀ ਬਾਹਰ ਚੱਲ ਜਾਂਦੇ ਹਾਂ ਇੱਦਾਂ ਉਹਨਾਂ ਵਾਂਗੂ। ਪਰ ਮੈਮ ਨਹੀਂ ਮੈਮ, ਆਪਾਂ ਆਪਣਿਆਂ ਨੂੰ ਬੜਾ ਸਮਝਾਇਆ ਕਿ ਚਲੋ ਜੇ ਸਾਡੇ 'ਚ ਕੁਛ ਅਲੱਗ ਆ, ਸਾਨੂੰ ਇਹ ਗੋਡ ਨੇ ਵਧੀਆ ਟੈਲੈਂਟ ਦਿੱਤਾ ਕਿ ਆਪਾਂ ਉਹਨੂੰ ਵਧੀਆ ਯੂਜ਼ ਕਰੀਏ, ਆਪਾਂ ਅਲੱਗ ਆ ਉਹਨਾਂ ਨਾਲੋਂ। ਫਿਰ ਇੱਦਾਂ ਥੋੜ੍ਹਾ ਸਮਝਾ ਕੇ ਆਪਣੇ ਆਪ ਨੂੰ ਇੱਧਰ ਲਾਇਆ ਹੋਇਆ ਜੀ, ਮੋਟੀਵੇਟ ਖੁਦ ਕਰ ਲਈਦਾ ਜੀ। ਲਵਪ੍ਰੀਤ, ਅੱਗੇ ਦਾ ਕੀ ਪਲਾਨ ਹੈ? ਅੱਗੇ ਕੁਝ ਨਵਾਂ ਕਰਨ ਬਾਰੇ ਕੁਝ ਸੋਚਿਆ? ਮੈਮ ਅੱਗੇ ਜੀ ਜਿੱਦਾਂ ਹੁਣ ਅਗਲੇ ਸਾਲ ਏਸ਼ੀਅਨ ਗੇਮਸ, ਏਸ਼ੀਅਨ ਚੈਂਪੀਅਨਸ਼ਿਪਸ ਆ, ਉੱਥੋਂ ਮੈਮ ਉਹਦੀ ਹੁਣ ਸਾਨੂੰ ਤਿਆਰੀ ਕਰਾ ਰਹੀ ਕੋਚ ਸਾਹਿਬ ਸਾਡੇ, ਅਤੇ ਆਪਾਂ ਵੀ ਵਧੀਆ ਕਰਾਂਗੇ ਮਿਹਨਤ ਅੱਗੇ। ਜੋ ਕਮੀਆਂ ਸੀਗੀਆਂ ਇਸ ਵਾਰ ਜਾਂ ਜੋ ਵੀ ਸਾਡੇ 'ਤੇ ਕਮੀਆਂ ਆਪਾਂ ਸੁਧਾਰਾਂਗੇ ਉਹਨਾਂ ਨੂੰ, ਅਤੇ ਆਪਾਂ ਵਧੀਆ ਕਰਾਂਗੇ ਜੀ। ਕਿਉਂਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਕੰਪੀਟੀਸ਼ਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੋ ਤੇ ਨਾਮ ਰੋਸ਼ਨ ਕਰਦੇ ਰਹੋ। ਸਾਡੀ ਬੈਸਟ ਵਿਸ਼ੇਸ ਤੁਹਾਡੇ ਨਾਲ ਹੈ। ਕੈਮਰਾਮੈਨ ਰਵੀ ਦੇ ਨਾਲ ਮੈਂ ਹਰਮਨ, ਦੈਨਿਕ ਸਵੇਰਾ ਟੀਵੀ ਜਲੰਧਰ।